ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨਾ ਸਿਮਰੋ ਅੰਗਦ ਦੋਖ ਨਿਕੰਦਨਾ ਅਮਰਦਾਸ ਗੁਰ ਹਿਰਦੇ ਧਿਆਵੋ ਹਿਰਦੇ ਧਿਆਵੋ ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ ਸ਼੍ਰੀ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੇ ਨਾਸ਼ਕ ਹਰਿ ਗੋਬਿੰਦ ਸ਼ੁਭ ਸਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੋਂ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਏਕ ਓੰਕਾਰ ਸਤਿਗੁਰੂ ਤਹਿ ਪ੍ਰਸਾਦ ਸਤ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ। ਤੋਟਕ ਛੰਦ ਮਨ ਮਾਹੇ ਸੁਸਾ ਤੁਮਰੇ ਸੋ ਕਰੋ ਨਿਤ ਆਇਸ ਮੈਂ ਔਰ ਵਾਹਿਤ ਰੋ। ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਹਾਜ਼ਰੀਆਂ ਭਰ ਰਹੇ ਸਤਿਕਾਰਯੋਗ ਸਤ ਸੰਗੀ ਜਨੋ, ਦੋਵੇਂ ਹੱਥ ਜੋੜ ਕੇ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਜੀ ਦੀ ਅਪਾਰ ਬਖਸ਼ਿਸ਼ ਦੇ ਸਦਕਾ ਅਸੀਂ ਪਿਛਲੇ ਦੀਵਾਨਾਂ ਦੇ ਅੰਦਰ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਦੇ ਵਿੱਚ ਪੂਰਵ ਰਾਜ ਅਧਿਆਇ 26ਵੇਂ ਦਾ ਪ੍ਰਸੰਗ ਆਰੰਭ ਕੀਤਾ ਸੀ, ਜਿਸ ਦੇ ਵਿੱਚ ਅਸੀਂ ਇੱਥੋਂ ਤੱਕ ਵਿਚਾਰਾ ਸਰਵਣ ਕਰ ਚੁੱਕੇ ਹਾਂ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪਣੇ ਭੈਣ ਜੀ ਬੇਬੇ ਨਾਨਕੀ ਜੀ ਦੇ ਘਰ ਦੇ ਵਿੱਚ ਪਹੁੰਚਦੇ ਨੇ ਤੇ ਬੇਬੇ ਨਾਨਕੀ ਜੀ ਦੇ ਨਾਲ ਵਿਚਾਰ ਚਰਚਾ ਹੁੰਦੀ ਹੈ। ਬੇਬੇ ਨਾਨਕੀ ਜੀ ਆਪਣੇ ਪਿਆਰੇ ਵੀਰ ਨੂੰ, ਜਿਨ੍ਹਾਂ ਨੂੰ ਅਕਾਲ ਪੁਰਖ ਦੀ ਜੋਤ ਮੰਨਦੇ ਨੇ, ਉਹਨਾਂ ਦੇ ਸਨਮੁਖ ਕੁਝ ਆਪਣੇ ਮਨ ਦੇ ਬਲਬਲੇ, ਕੁਝ ਕੁ ਆਪਣੇ ਬਚਨ ਰੱਖਦੇ ਨੇ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਹਨਾਂ ਬਚਨਾਂ ਨੂੰ ਸੱਤ ਕਰਕੇ ਜਾਣਦੇ ਨੇ। ਪਾਤਸ਼ਾਹ ਜੀ ਉਹਨਾਂ ਬਚਨਾਂ ਨੂੰ ਸਿਰ ਮੱਥੇ ਮੰਨਦੇ ਨੇ ਤੇ ਇੱਥੋਂ ਤੱਕ ਪ੍ਰਸੰਗ ਅਸੀਂ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕਰ ਚੁੱਕੇ ਹਾਂ। ਆਓ ਅਗਲੇ ਪ੍ਰਸੰਗ ਦੀ ਆਰੰਭਤਾ ਕਰਨ ਤੋਂ ਪਹਿਲਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸੀਸ ਝੁਕਾਉਂਦੇ ਹੋਇਆਂ ਆਪਣੀ ਰਸਨਾ ਤੋਂ ਉਚਾਰਨ ਕਰੀਏ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਤੋਟਕ ਛੰਦ ਮਨ ਮਾਹੇ ਸੁਸਾ ਤੁਮਰੇ ਸੋ ਕਰੋ ਨਿਤ ਆਇਸ ਮੈਂ ਉਰ ਮਾਹਿਤ ਰੋ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪਣੇ ਪਿਆਰੇ ਭੈਣ ਜੀ ਨੂੰ ਆਖਦੇ ਨੇ ਕਿ ਹੇ ਭੈਣ ਜੀ, ਮਨ ਮਾਹੇ ਭਾਵ ਤੁਹਾਡੇ ਮਨ ਦੇ ਵਿੱਚ ਜੋ ਕੁਝ ਹੈ ਨਾ,
ਨਿਤ ਆਇਸ ਮੈਂ ਉਰ ਮਾਹੇ ਤੁਰੋ। ਕਹਿੰਦੇ ਮੈਂ ਉਸੇ ਤਰ੍ਹਾਂ ਹੀ ਕਰਾਂਗਾ, ਤੁਹਾਡੀ ਆਗਿਆ ਜੋ ਵੀ ਹੈ ਨਾ ਹੋਵੇਗੀ, ਜੋ ਕੁਝ ਵੀ ਤੁਸੀਂ ਆਖੋਗੇ ਮੈਂ ਉਸੇ ਨੂੰ ਸਦਾ ਹੀ ਦਿਲ ਵਿੱਚ ਰੱਖਾਂਗਾ। ਭਾਵ ਤੁਹਾਡੀ ਆਗਿਆ ਦਾ ਹਰ ਵੇਲੇ ਹਰ ਸਮੇਂ ਹੀ ਪਾਲਣ ਕਰਦਾ ਰਹਾਂਗਾ। ਬਰਤਾਂਤ ਅਬੈ ਇਨ ਜਾਣ ਤਿਜੈ, ਕਛ ਬਾਤ ਬਖਾਇ ਨਿਆਨ ਕੀਜੈ। ਤੇ ਕਹਿੰਦੇ ਹੇ ਭੈਣ ਜੀ, ਹੁਣ ਤੁਸੀਂ ਇਸ ਬਰਤਾਂਤ ਨੂੰ ਛੱਡ ਦਿਓ। ਬਰਤਾਂਤ ਅਬੈ ਇਹ ਜਾਣ ਦੀਜੈ, ਕਿ ਇਸ ਗੱਲ ਨੂੰ ਹੁਣ ਜਾਣ ਦਿਓ। ਕਛ ਬਾਤ ਬਖਾਇਣ ਆਣ ਕੀਜੈ, ਵੀ ਕੋਈ ਹੋਰ ਗੱਲਬਾਤ, ਕੋਈ ਹੋਰ ਵਿਚਾਰ ਚਰਚਾ ਕਰਨੀ ਹੈ ਤਾਂ ਉਸ ਪੱਖ ਤੋਂ ਵਿਚਾਰ ਹੁਣ ਸ਼ੁਰੂ ਕਰੋ। ਸੁਣ ਸੋਦਰ ਲਾਲ ਸਰੈਣ ਦਿਨਾ, ਤੁਮ ਤਾਤ ਪਿਖੋ ਤੋ ਆਨੰਦ ਕਣਾ। ਤੇ ਬੇਬੇ ਨਾਨਕੀ ਜੀ ਫਿਰ ਆਖਦੇ ਨੇ ਕਿ ਹੇ ਮੇਰੇ ਭਰਾ ਜੀ ਸੁਣੋ, ਵੀ ਕਹਿੰਦੇ ਮੇਰੇ ਮਨ ਦੇ ਵਿੱਚ, ਮੇਰੇ ਦਿਲ ਦੇ ਵਿੱਚ ਹੈ ਨਾ ਦਿਨ ਰਾਤ ਇਹ ਲਾਲਸਾ ਰਹਿੰਦੀ ਹੈ। ਤੁਮ ਤਾਤ ਪਿਖੋ ਤੋ ਆਨੰਦ ਕਰੇ। ਤਾਤ ਦਾ ਭਾਵ ਹੁੰਦਾ ਪੁੱਤਰ। ਕਹਿੰਦੇ ਮੇਰੇ ਦਿਲ ਦੇ ਵਿੱਚ ਦਿਨ ਰਾਤ ਇਹੀ ਵਿਚਾਰ ਚਰਚਾ ਚੱਲਦੀ ਹੈ, ਇਹੀ ਮੇਰੇ ਮਨ ਦੇ ਵਿੱਚ ਤਾਂਘ ਹੈ, ਇਹੀ ਲਾਲਸਾ ਹੁਣ ਬਾਕੀ ਬਚੀ ਕਿ ਦਿਨ ਰਾਤ ਤੁਹਾਡੇ ਪੁੱਤਰ ਨੂੰ ਮੈਂ ਵੇਖ ਕੇ ਬੜਾ ਆਨੰਦ ਲਵਾਂਗੀ। ਤੁਹਾਡੇ ਘਰ ਦੇ ਵਿੱਚ ਜਿਹੜਾ ਲਾਲ ਹੋਵੇਗਾ ਨਾ, ਮੈਂ ਉਹਨੂੰ ਦੇਖ ਕੇ ਬੜੇ ਹੀ ਆਨੰਦਿਤ ਹੋਵਾਂਗੀ। ਕਿਉਂਕਿ ਬੇਬੇ ਨਾਨਕੀ ਜੀ ਦੇ ਘਰ ਦੇ ਵਿੱਚ ਕੋਈ ਔਲਾਦ ਨਹੀਂ ਸੀ, ਉਹਨਾਂ ਦੇ ਘਰ ਦੇ ਵਿੱਚ ਕੋਈ ਵੀ ਬੱਚਾ ਨਹੀਂ ਸੀ। ਇਸੇ ਕਰਕੇ ਹੁਣ ਬੇਬੇ ਨਾਨਕੀ ਜੀ ਦੀ ਆਪਣੀ ਰੀਝ ਹੈ ਵੀ ਮੈਂ ਆਪਣੇ ਵੀਰ ਦੇ ਬੱਚਿਆਂ ਨੂੰ ਖਿਡਾਵਾਂ। ਤੇ ਫਿਰ ਇਸੇ ਕਰਕੇ ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਸਨਮੁਖ ਆਪਣੇ ਦਿਲ ਦੀ ਗੱਲ ਰੱਖਦੇ ਹਨ। ਤਿਹ ਲਾਲਤ ਹੋਏ ਖੁਸ਼ੀ ਹਮਰੇ, ਅਸ ਜਾਂਚ ਕਰੋ ਟਿਗ ਮੈਂ ਤੁਮਰੇ। ਤੇ ਆਖਦੇ ਨੇ, ਕਹਿੰਦੇ ਤੁਹਾਡੇ ਉਸ ਪਿਆਰੇ ਲਾਲ ਨੂੰ ਨਾ ਖਿਡਾ ਕੇ ਬਹੁਤ ਖੁਸ਼ੀ ਹੋਵੇਗੀ ਮੈਨੂੰ, ਮੇਰਾ ਮਨ ਬਹੁਤ ਹੀ ਖੁਸ਼ ਹੋਵੇਗਾ। ਅਸ ਜਾਂਚ ਕਰੋ ਟਿਗ ਮੈਂ ਤੁਮਰੇ। ਤੇ ਇਹ ਮੰਗ ਮੈਂ ਤੁਹਾਡੇ ਪਾਸੋਂ ਕਰਦੀ ਹਾਂ। ਮੇਰੇ ਮਨ ਦੀ ਕਹਿੰਦੇ ਇਹੀ ਇੱਕ ਲਾਲਸਾ ਹੈ, ਇਹੀ ਮੇਰੀ ਮੰਗ ਹੈ, ਇਹੀ ਮੇਰੀ ਇੱਛਾ ਹੈ। ਤੇ ਤੁਸੀਂ ਇਸ ਗੱਲ ਨੂੰ ਵਿਚਾਰੋ। ਸੋਰਠਾ ਭਈ ਮਨੋਰਥ ਬਾਣ ਤੂੰ, ਭਗਤਨ ਕਰਤਾਰ ਕੀ। ਪੂਰੇ ਕਿਰਪਾ ਨਿਧਾਨ, ਭਗਤ ਵਸ਼ਲ ਵੱਡ ਬਿਰਦ ਜਿਹਾ। ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪਣੀ ਭੈਣ ਜੀ ਦੇ ਉਸ ਬਚਨਾਂ ਨੂੰ ਨਕਾਰਦੇ ਨਹੀਂ, ਸਿਰ ਮੱਥੇ ਕਰਕੇ ਮੰਨਦੇ ਨੇ। ਹਾਲਾਂਕਿ ਬੇਬੇ ਨਾਨਕੀ ਜੀ ਨੂੰ ਆਪਣੇ ਵੀਰ ਦੇ ਉੱਤੇ ਪੂਰਾ ਭਰੋਸਾ ਵੀ ਹੈ, ਪੂਰੀ ਸ਼ਰਧਾ ਵੀ ਹੈ ਤੇ ਮਨ ਦੇ ਵਿੱਚ ਅਥਾਹ ਪਿਆਰ ਵੀ ਹੈ, ਪਰ ਫਿਰ ਵੀ ਆਪਣੇ ਲਈ ਕੁਝ ਨਹੀਂ ਮੰਗਦੇ। ਆਪਣੇ ਵੀਰ ਦਾ ਪਰਿਵਾਰ ਸੁਖੀ ਸਾਂਦੀ ਖੁਸ਼ੀ ਖੁਸ਼ੀ ਜਿਉਂਦਾ ਦੇਖਣਾ ਚਾਹੁੰਦੇ ਨੇ। ਉਹਨਾਂ ਦੇ ਮਨ ਦੀ ਇੱਛਾ ਵੀ ਮੇਰੇ ਵੀਰ ਦਾ ਵੀ ਸੋਹਣਾ ਪਰਿਵਾਰ ਹੋਵੇ ਤੇ ਪਰਿਵਾਰ ਖੁਸ਼ੀਆਂ ਦੇ ਨਾਲ ਜਿਉਂਦਾ ਰਹੇ, ਪਰਿਵਾਰ ਦੇ ਵਿੱਚ ਖੁਸ਼ੀਆਂ ਭਰਿਆ ਮਾਹੌਲ ਜਿਹੜਾ ਹੈ ਉਹ ਬਣਿਆ ਰਹੇ। ਤੇ ਬੇਬੇ ਨਾਨਕੀ ਜੀ ਨੇ ਜੋ ਬਚਨ ਆਖੇ, ਫਿਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਖਦੇ ਨੇ, ਕਹਿੰਦੇ ਭਈ ਮਨੋਰਥ ਬਾਣ ਤੂੰ, ਭਗਤਨ ਕਰਤਾਰ ਕੀ। ਕਹਿੰਦੇ ਹੇ ਭੈਣ ਜੀ, ਤੁਸੀਂ ਤਾਂ ਕਹਿੰਦੇ ਕਰਤਾਰ ਦੀ ਭਗਤ ਨਹੀਂ ਹੋ, ਉਸ ਅਕਾਲ ਪੁਰਖ ਪ੍ਰਭੂ ਪਰਮਾਤਮਾ ਦੀ ਤੁਸੀਂ ਸੇਵਕ ਹੋ, ਦਾਸੀ ਹੋ। ਭਈ ਮਨੋਰਥ ਬਾਣ ਤੂੰ, ਇਸ ਲਈ ਕਹਿੰਦੇ ਤੁਹਾਡਾ ਜਿਹੜਾ ਮਨੋਰਥ ਹੈ ਨਾ, ਜੋ ਕੁਝ ਤੁਸੀਂ ਮਨ ਦੇ ਵਿੱਚ ਆਪਣੇ ਸੰਕਲਪ ਪੈਦਾ ਕੀਤਾ ਹੈ ਨਾ, ਚੇਤੇ ਰੱਖਣਾ, ਕਹਿੰਦੇ ਉਹ ਮਨੋਰਥ ਜ਼ਰੂਰ ਪੂਰਾ ਹੋਵੇਗਾ, ਉਹ ਮਨੋਰਥ ਜ਼ਰੂਰ ਪੂਰਾ ਹੋਵੇਗਾ। ਉਹ ਅਕਾਲ ਪੁਰਖ ਪ੍ਰਭੂ ਪਰਮਾਤਮਾ ਤੁਹਾਡੇ ਦਿਲ ਦੀ ਗੱਲ ਨੂੰ ਜ਼ਰੂਰ ਮੰਨੇਗਾ, ਜ਼ਰੂਰ ਤੁਹਾਡੀ ਵਿਚਾਰ ਸੁਣੇਗਾ। ਤੇ ਇਸੇ ਤਰ੍ਹਾਂ ਆਖਦੇ ਨੇ, ਪੂਰੇ ਕਿਰਪਾ ਨਿਧਾਨ, ਭਗਤ ਵਸ਼ਲ ਵੱਡ ਬਿਰਦ ਜਿਹਾ। ਤੇ ਕਹਿੰਦੇ ਕਿਰਪਾ ਦੇ ਖਜ਼ਾਨੇ ਅਤੇ ਭਗਤਾਂ ਦੀ ਰੱਖਿਆ ਕਰਨ ਵਾਲੇ ਆਪਣੇ ਕਹਿੰਦੇ ਮੁਰੀਦਾਂ ਦੀਆਂ ਜਿਹੜੀਆਂ ਵੀ ਮੁਰਾਦਾਂ ਹੁੰਦੀਆਂ ਨੇ ਨਾ, ਉਹ ਸਾਰੀਆਂ ਸੰਪੂਰਨ ਕਰਦੇ ਨੇ। ਇੱਕ ਗੱਲ ਹੋਰ ਵਿਚਾਰਨਯੋਗ ਹੈ, ਅਸੀਂ ਆਮ ਤੌਰ ਦੇ ਉੱਤੇ ਗੁਰਬਾਣੀ ਦੇ ਅਨੁਸਾਰ ਵੀ, ਗੁਰਬਾਣੀ ਦੇ ਪੱਖ ਤੋਂ ਵੀ ਇਹ ਵਿਚਾਰਾਂ ਸਾਂਝੀਆਂ ਕਰਦੇ ਹਾਂ, ਜਾਂ ਸਾਡੇ ਵੱਡ ਵਡੇਰਿਆਂ ਨੇ, ਜਾਂ ਜਿੱਥੋਂ ਤੱਕ ਸਾਡੀ ਸਮਝ ਆਉਂਦੀ ਤਾਂ ਅਸੀਂ ਇਹ ਆਖਦੇ ਵੀ ਕੋਈ ਵੀ ਕਾਰਜ ਉਸ ਪਰਮਾਤਮਾ ਦੇ ਹੁਕਮ ਤੋਂ ਬਿਨਾਂ ਨਹੀਂ ਹੁੰਦਾ। ਜੋ ਕੁਝ ਵੀ ਹੈ ਸਮਾਜ ਦੇ ਵਿੱਚ ਵਾਪਰ ਰਿਹਾ, ਚੰਗਾ ਮਾੜਾ, ਸਾਰੇ ਪਾਸੇ ਉਸ ਦਾ ਹੁਕਮ ਚੱਲਦਾ। ਹਾਂ, ਕਰਮ ਮਨੁੱਖ ਦੇ ਆਪੋ ਆਪਣੇ ਹੋ ਸਕਦੇ, ਮਨੁੱਖ ਦੇ ਕਰਮਾਂ ਦੇ ਉੱਤੇ ਡਿਪੈਂਡ ਕਰਦਾ, ਕਰਮਾਂ ਦੇ ਉੱਤੇ ਨਿਰਭਰ ਕਰਦਾ ਵੀ ਉਸ ਦੇ ਕਰਮ ਚੰਗੇ ਨੇ ਜਾਂ ਮੰਦੇ ਨੇ, ਤੇ ਉਸ ਕਰਮਾਂ ਦੇ ਆਧਾਰ ਦੇ ਉੱਤੇ ਉਹਨੂੰ ਫਲ ਦੀ ਪ੍ਰਾਪਤੀ ਹੋ ਜਾਂਦੀ। ਤੇ ਇਸੇ ਤਰ੍ਹਾਂ ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਇਹੀ ਆਖਦੇ ਨੇ ਕਿ ਜਿਹੜੇ ਵੀ ਪਰਮਾਤਮਾ ਦੇ ਭਗਤ ਨੇ ਨਾ,
ਪਰਮਾਤਮਾ ਦੇ ਸੇਵਕ ਨੇ, ਜਿਹੜੇ ਉਹਦੇ ਮਰੀਦ ਨੇ, ਉਹਨਾਂ ਦੀਆਂ ਸਾਰੀਆਂ ਮੁਰਾਦਾਂ ਪੂਰੀਆਂ ਹੋ ਜਾਂਦੀਆਂ ਨੇ। ਪਰ ਚੇਤੇ ਰੱਖਣਾ, ਸਾਡੇ ਮਨ ਦੇ ਵਿੱਚ ਜੇਕਰ ਵਿਚਾਰ ਵੀ ਚੱਲਦੇ ਨੇ ਨਾ, ਉਹ ਵੀ ਪਰਮਾਤਮਾ ਦੇ ਹੁਕਮ ਤੋਂ ਬਿਨਾਂ ਸਾਡੇ ਮਨ ਦੇ ਵਿੱਚ ਵਿਚਾਰ ਨਹੀਂ ਚੱਲ ਸਕਦੇ। ਸਾਡੀ ਸੋਚ ਦੇ ਵਿੱਚ ਜੋ ਕੁਝ ਵੀ ਉਪਜਦਾ ਹੈ, ਜੋ ਕੁਝ ਵੀ ਪੈਦਾ ਹੁੰਦਾ ਹੈ, ਉਹ ਵੀ ਉਸ ਪਰਮਾਤਮਾ ਦੇ ਹੁਕਮ ਦੇ ਵਿੱਚ ਹੀ ਸਾਰੇ ਕਾਰਜ ਹੁੰਦੇ ਨੇ। ਤੇ ਇਸੇ ਕਰਕੇ ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਖਦੇ ਨੇ ਵੀ ਤੁਸੀਂ ਉਸ ਅਕਾਲ ਪੁਰਖ ਪ੍ਰਭੂ ਪਰਮਾਤਮਾ ਦੀ ਸੱਚੀ ਬੰਦਗੀ ਕੀਤੀ ਹੈ, ਸੱਚੀ ਭਗਤੀ ਕੀਤੀ ਹੈ। ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਹਾਲਾਂਕਿ ਸਾਰੀ ਦੁਨੀਆ ਨੂੰ ਦਾਤਾਂ ਵੰਡਦੇ ਨੇ, ਤੇ ਬੇਬੇ ਨਾਨਕੀ ਜੀ ਵੀ ਇਸ ਗੱਲ ਤੋਂ ਜਾਣੂ ਨੇ, ਇਸ ਗੱਲ ਦੇ ਨਾਲ ਸਹਿਮਤੀ ਜਤਾਉਂਦੇ ਨੇ। ਪਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਇੱਥੇ ਫਿਰ ਵੀ ਆਪਣੇ ਆਪ ਦੇ ਉੱਤੇ ਆਪਣੀ ਵਡਿਆਈ ਨਹੀਂ ਕੀਤੀ। ਇੱਥੇ ਵੀ ਪਾਤਸ਼ਾਹ ਜੀ ਨੇ ਇਹੀ ਸਮਝਾਉਣਾ ਕੀਤਾ ਵੀ ਉਹ ਅਕਾਲ ਪੁਰਖ ਪ੍ਰਭੂ ਪਰਮਾਤਮਾ ਤੁਹਾਡੀਆਂ ਜਿਹੜੀਆਂ ਨੇ ਮਨੋਕਾਮਨਾ ਹੈ ਉਹ ਪੂਰੀਆਂ ਜ਼ਰੂਰ ਕਰੇਗਾ। ਉਹ ਤੁਹਾਡੇ ਮਨ ਦੇ ਜੋ ਵੀ ਸੰਕਲਪ ਨੇ ਉਹ ਬਹੁਤ ਸੱਚਮੁੱਚ ਹੀ ਸੰਪੂਰਨ ਕਰੇਗਾ। ਉਸ ਦੇ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਅਨਿਆਂ ਨਹੀਂ ਹੁੰਦਾ। ਇਸੇ ਤਰ੍ਹਾਂ ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪਣੇ ਪਿਆਰੇ ਭੈਣ ਜੀ ਦੇ ਬਚਨਾਂ ਨੂੰ ਸਿਰ ਮੱਥੇ ਮੰਨਦੇ ਨੇ, ਤੇ ਉਹਨਾਂ ਦੇ ਸਾਹਮਣੇ ਉਹਨਾਂ ਦੀ ਜੋ ਕੁਝ ਵੀ ਕਮਾਈ ਹੈ ਜ਼ਿੰਦਗੀ ਦੀ, ਜੋ ਕੁਝ ਵੀ ਉਹ ਪਰਮਾਤਮਾ ਦੀ ਭਗਤੀ ਕਰਦੇ ਨੇ, ਉਸੇ ਦੀ ਉਦਾਹਰਨ ਵਰਤ ਕੇ ਉਹਨਾਂ ਨੂੰ ਸਮਝਾਉਣਾ ਕਰਦੇ ਹਨ। ਤੋਟਕ ਛੰਦ ਅਸ ਪਾਕ ਗਿਰਾ ਸੁਖ ਸਾਗਰ, ਜੋ ਉਠ ਆਪਨ ਆਏ ਉਜਾਗਰ ਜੋ। ਕਹਿੰਦੇ ਸੁੱਖਾਂ ਦੇ ਸਾਗਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਫਿਰ ਆਪਣੇ ਪਿਆਰੇ ਭੈਣ ਜੀ ਦੇ ਘਰ ਤੋਂ ਚੱਲ ਕੇ ਉੱਠ ਕੇ ਕਹਿੰਦੇ ਹੁਣ ਆਪਣੀ ਹੱਟੀ ਦੇ ਉੱਤੇ ਭਾਵ ਮੋਦੀ ਖਾਨੇ ਪਹੁੰਚ ਗਏ ਹਨ। ਭਗਨੀ ਹਰਖੀ ਸਰਸੀ ਉਰ ਮੈਂ, ਜਿਵ ਨਾਮ ਨਿਧਿਆਨ ਭਰੀ ਘਰ ਮੈਂ। ਤੇ ਇਸੇ ਤਰ੍ਹਾਂ ਕਹਿੰਦੇ ਬੇਬੇ ਨਾਨਕੀ ਜੀ ਬੜੇ ਹੀ ਮਨ ਦੇ ਵਿੱਚ ਖੁਸ਼ ਹੋਏ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀਆਂ ਦੇ ਦਰਸ਼ਨ ਕਰਕੇ। ਮਨ ਦੇ ਵਿੱਚ ਬੜਾ ਹੀ ਚਾਅ ਪੈਦਾ ਹੋ ਗਿਆ, ਮਨ ਦੇ ਵਿੱਚ ਆਨੰਦਿਤ ਮਹਿਸੂਸ ਕਰਦੇ ਨੇ। ਤੇ ਕਹਿੰਦੇ ਮਨ ਨੂੰ ਇੰਝ ਪ੍ਰਤੀਤ ਕਰਦੇ ਨੇ ਵੀ ਦੁਨੀਆ ਦੀਆਂ ਸਾਰੀਆਂ ਧਨ ਦੌਲਤਾਂ, ਜਿੰਨੇ ਵੀ ਕੀਮਤੀ ਪਦਾਰਥ ਨੇ, ਉਹਨਾਂ ਦੇ ਘਰ ਦੇ ਵਿੱਚ ਚੱਲ ਕੇ ਆ ਗਏ ਹੋ। ਇੰਨਾ ਉਹਨਾਂ ਦੇ ਮਨ ਦੇ ਵਿੱਚ ਚਾਅ ਹੈ ਵੀ ਮੇਰਾ ਵੀਰ ਆਪ ਚੱਲ ਕੇ ਆਇਆ ਸਾਡੇ ਘਰ ਦੇ ਵਿੱਚ, ਪਰਮੇਸ਼ਰ ਦਾ ਰੂਪ ਸਾਡੇ ਆਪ ਘਰ ਵਿੱਚ ਪਹੁੰਚਿਆ, ਆਪ ਚਰਨ ਪਾਏ ਨੇ, ਆਪ ਸਾਨੂੰ ਪ੍ਰਤੱਖ ਦਰਸ਼ਨ ਦਿੱਤੇ ਨੇ। ਤੇ ਇੰਨਾ ਚਾਉ ਬੇਬੇ ਨਾਨਕੀ ਜੀ ਦੇ ਮਨ ਦੇ ਵਿੱਚ ਹੈ, ਤੇ ਉਹਨਾਂ ਦੀ ਖੁਸ਼ੀ ਦਾ ਕੋਈ ਵੀ ਵਰਣਨ ਨਹੀਂ ਕੀਤਾ ਜਾ ਸਕਦਾ। ਕਬ ਸੋ ਦਰਬਾਕ ਨਾ ਕੂਰ ਪਇਓ, ਬਹੁ ਬਾਰਨ ਮੈਂ ਪਤੀ ਆਏ ਲਿਓ। ਤੇ ਮਨ ਦੇ ਵਿੱਚ ਫਿਰ ਬੇਬੇ ਨਾਨਕੀ ਜੀ ਵੀ ਅਨੁਮਾਨ ਲਗਾਉਂਦੇ ਨੇ, ਵਿਚਾਰ ਕਰਦੇ ਨੇ ਆਪਣੇ ਮਨ ਦੇ ਨਾਲ। ਕਹਿੰਦੇ ਅੱਜ ਤੱਕ ਜੋ ਕੁਝ ਵੀ ਮੇਰੇ ਵੀਰ ਨੇ ਬਚਨ ਕੀਤੇ ਨੇ ਨਾ, ਉਹ ਕਦੇ ਵੀ ਬਚਨ ਝੂਠੇ ਨਹੀਂ ਪਏ, ਕਦੇ ਵੀ ਉਹ ਬਚਨ ਅਧੂਰੇ ਨਹੀਂ ਰਹੇ, ਉਹ ਬਚਨ ਹਮੇਸ਼ਾ ਪੂਰੇ ਹੋਏ ਨੇ। ਤੇ ਕਹਿੰਦੇ ਇਹ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕਈ ਵਾਰ ਪਤਿਆ ਕੇ ਦੇਖਿਆ, ਕਈ ਵਾਰ ਪਰਖ ਕੇ ਦੇਖਿਆ ਕਿ ਉਹਨਾਂ ਦੇ ਬਚਨਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਆਈ। ਉਹ ਬਚਨ ਹਮੇਸ਼ਾ ਹੀ ਸੰਪੂਰਨ ਹੋਏ ਨੇ। ਮੈਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਵਾਰੀ ਇਹ ਪ੍ਰਤੱਖ ਦੇਖਿਆ ਹੈ। ਉਰ ਮੋਰ ਮਨੋਰਥ ਹੋਏ ਰਹਿ, ਸਤ ਸੰਤ ਸਦਾ ਸਤ ਬੈਣ ਕਹੈ। ਤੇ ਕਹਿੰਦੇ ਮੈਨੂੰ ਇਹ ਵੀ ਪੂਰਨ ਭਰੋਸਾ ਹੈ ਵੀ ਜਿਹੜੇ ਬਚਨ ਅੱਜ ਮੇਰੇ ਵੀਰ ਨੇ ਮੇਰੇ ਨਾਲ ਕੀਤੇ ਨੇ ਨਾ, ਉਹ ਬਚਨ ਵੀ ਜ਼ਰੂਰ ਸੱਚ ਹੋਣਗੇ, ਜ਼ਰੂਰ ਪੂਰੇ ਹੋਣਗੇ। ਸਤ ਸੰਤ ਸਦਾ ਸਤ ਬੈਣ ਕਹੈ। ਕਹਿੰਦੇ ਸੱਚ ਨੂੰ ਧਾਰਨ ਕਰਨ ਵਾਲੇ ਸਦਾ ਸੱਚ ਹੀ ਬੋਲਦੇ ਨੇ। ਉਹਨਾਂ ਦੇ ਜ਼ਿੰਦਗੀ ਦੇ ਵਿੱਚ ਰੱਤੀ ਭਰ ਵੀ ਝੂਠ ਦਾ ਕੋਈ ਵੀ ਕਿਣਕਾ ਨਹੀਂ ਹੁੰਦਾ। ਉਹ ਸੱਚ ਦੇ ਪੁਜਾਰੀ ਨੇ ਤੇ ਸਦਾ ਹੀ ਜ਼ਿੰਦਗੀ ਦੇ ਵਿੱਚ ਸੱਚੇ ਬਚਨਾਂ ਦਾ ਹੀ ਜਾਪ ਕਰਦੇ ਹਨ। ਦੋਹਰਾ ਦੋਖ ਨਿਕੰਦਨ ਕੰਦ ਸੁਖ, ਸਦਨ ਲਗੇ ਪੁਨ ਜਾਨ। ਪਰ ਫੁੱਲਤ ਕਬਲਿਆ ਬਦਨ, ਰਦਨ ਕੁਦੰਦਤ ਬਾਨ। ਕਹਿੰਦੇ ਦੁੱਖਾਂ ਦਾ ਨਾਸ਼ ਕਰਨ ਵਾਲੇ, ਸੁੱਖਾਂ ਦੇ ਦਾਤੇ, ਤੇ ਫਿਰ ਕਹਿੰਦੇ ਆਪਣੇ ਘਰ ਨੂੰ ਜਾਣ ਲੱਗੇ ਨੇ ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਤੇ ਕਵੀ ਸੰਤੋਖ ਸਿੰਘ ਜੀ ਚੂੜਾਮਣੀ ਜੀ ਨੇ ਆਪਣੀ ਕਲਮ ਦੇ ਨਾਲ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਸਰੀਰ ਦੀ ਉਪਮਾ ਕੀਤੀ, ਵਡਿਆਈ ਕੀਤੀ। ਕਹਿੰਦੇ ਦੁਨੀਆ ਦੇ ਉੱਤੇ ਜਿੰਨੇ ਵੀ ਫੁੱਲ ਹੋਣ ਨਾ, ਉਹਨਾਂ ਫੁੱਲਾਂ ਦੇ ਵਿੱਚੋਂ ਜਿਹੜਾ ਸਭ ਤੋਂ ਸੁੰਦਰ ਫੁੱਲ ਮੰਨਿਆ ਜਾਂਦਾ, ਉਸ ਫੁੱਲ ਦੇ ਨਾਲੋਂ ਵੀ ਵੱਧ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਚਿਹਰਾ ਖਿੜਿਆ ਹੋਇਆ। ਤੇ ਜਿਵੇਂ ਚੰਦ ਦੀ ਚਾਨਣੀ ਹੈ ਨਾ, ਚਮਕਦੀ ਹੈ,
ਤੇ ਉਸ ਚੰਦਰਮਾ ਦੀ ਚਾਨਣੀ ਵੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਮੁਖੜੇ ਦੇ ਪ੍ਰਕਾਸ਼ ਦੇ ਅੱਗੇ ਫਿੱਕੀ ਪੈ ਜਾਂਦੀ ਹੈ। ਇੰਨੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਸਰੀਰ ਦਾ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਮੁਖ ਦਾ ਜਿਹੜਾ ਸੀ ਉਹ ਪ੍ਰਤਾਪ ਸੀ। ਤੋਟਕ ਛੰਦ ਦਿਨ ਆਪਨ ਮੈਂ ਨਿਸਤਾਮ ਰਹਿ, ਜੇ ਪਾਵਕ ਭਾਗਿਆ ਮੰਕਦ ਹੈ। ਕਹਿੰਦੇ ਇਸੇ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਿਨ ਵੇਲੇ ਆਪਣੀ ਦੁਕਾਨ ਦੇ ਉੱਤੇ ਕੰਮ ਕਾਜ ਕਰਦੇ ਨੇ, ਤੇ ਜਦੋਂ ਸ਼ਾਮਾਂ ਦਾ ਵੇਲਾ ਆਉਂਦਾ, ਤਤਕਾਲ ਸੰਧਿਆ ਦਾ ਵੇਲਾ ਆਉਂਦਾ, ਤੇ ਕਹਿੰਦੇ ਉਸ ਸਮੇਂ ਚੱਲ ਕੇ ਆਪਣੇ ਘਰ ਪਹੁੰਚਦੇ ਨੇ। ਕਹਿੰਦੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਇਸ ਤਰ੍ਹਾਂ ਵਿਚਰਦੇ ਨੇ ਕਿ ਜਿੱਥੇ ਸਮਾਜ ਦੇ ਲੋਕਾਂ ਦਾ ਨਾਸ਼, ਪਾਪਾਂ ਦਾ ਨਾਸ਼ ਕਰਦੇ ਨੇ ਨਾ, ਕਹਿੰਦੇ ਇੰਝ ਪ੍ਰਤੀਤ ਹੋ ਰਿਹਾ ਵੀ ਕਿਸੇ ਅੱਗ ਦੇ ਵਿੱਚ ਕੋਈ ਚੀਜ਼ ਜਲਦੀ ਹੋਵੇ। ਤੇ ਇਸੇ ਤਰ੍ਹਾਂ ਕਹਿੰਦੇ ਉਹ ਮਨੁੱਖਾਂ ਦੇ ਅੰਦਰ ਸੜਦੀ ਹੋਈ ਅੱਗ ਨੂੰ ਜਿਹੜੀ ਹੈ, ਉਸ ਅੱਗ ਨੂੰ ਵੀ ਬੁਝਾਉਣ ਦਾ ਯਤਨ ਕਰਦੇ ਨੇ। ਤੇ ਆਪਣੇ ਬਚਨਾਂ ਦੇ ਨਾਲ ਜਿੱਥੇ ਮਨੁੱਖਾਂ ਦੇ ਹਿਰਦੇ ਠਾਰਦੇ ਨੇ, ਉੱਥੇ ਉਸੇ ਅੱਗ ਦੇ ਵਿੱਚ ਉਹਨਾਂ ਦੇ ਪਾਪਾਂ ਨੂੰ ਵੀ ਸਾੜਦੇ ਹਨ। ਹਰ ਖੰਗ ਉਰ ਸ਼ੋਕ ਸਮਾਨ, ਜਿਸੈ ਜਗ ਕੇ ਦੁਖ ਸੁਖ ਨਾ ਵਿਆਪ ਤਿਸੈ। ਤੇ ਕਹਿੰਦੇ ਦੁੱਖ, ਹਰਖੰਗ ਦਾ, ਹਰਖ ਦਾ ਭਾਵ ਹੁੰਦਾ ਦੁੱਖ, ਹਰਖ ਦਾ ਭਾਵ ਹੁੰਦਾ ਖੁਸ਼ੀ, ਤੇ ਸ਼ੋਕ ਦਾ ਭਾਵ ਹੁੰਦਾ ਦੁੱਖ। ਕਹਿੰਦੇ ਜਿਸ ਮਨੁੱਖ ਦੇ ਵਾਸਤੇ ਦੁੱਖ ਅਤੇ ਸੁੱਖ ਸਮਾਨ ਨੇ, ਬਰਾਬਰ ਸਮਝੇ ਜਾਂਦੇ ਨੇ, ਤੇ ਫਿਰ ਕਹਿੰਦੇ ਜਗ ਦੇ ਦੁੱਖ ਅਤੇ ਸੁੱਖ ਜਿੰਨੇ ਵੀ ਵਿਆਪਦੇ ਨੇ ਨਾ, ਉਹਨਾਂ ਦੇ ਉੱਤੇ ਪ੍ਰਭਾਵ ਨਹੀਂ ਪਾ ਸਕਦੇ। ਅਸੀਂ ਥੋੜਾ ਇਸ ਪੱਖ ਨੂੰ ਵੀ ਵਾਚਣ ਦਾ ਯਤਨ ਕਰਾਂਗੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਆਪਣੀ ਬਾਣੀ ਦੇ ਵਿੱਚ ਵੀ ਇਸ ਪੱਖ ਦਾ ਜ਼ਿਕਰ ਕੀਤਾ। ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਆਪਣੀ ਪਾਵਨ ਬਾਣੀ ਦੇ ਵਿੱਚ ਵੀ ਇਸ ਪੱਖ ਦਾ ਜ਼ਿਕਰ ਕੀਤਾ ਕਿ ਮਨੁੱਖ ਆਪਣੇ ਜ਼ਿੰਦਗੀ ਦੇ ਵਿੱਚ ਇਹੋ ਜਿਹੀ ਅਵਸਥਾ ਦੇ ਉੱਤੇ ਕਈ ਵਾਰੀ ਪਹੁੰਚ ਜਾਂਦਾ ਆਪਣੀ ਕਮਾਈ ਦੇ ਸਦਕਾ, ਵੀ ਉਸ ਨੂੰ ਦੁੱਖ ਅਤੇ ਸੁੱਖ ਦੋਨੋਂ ਬਰਾਬਰ ਲੱਗਦੇ ਨੇ। ਹੁਣ ਇੱਕ ਪੱਖ ਦੇਖੀਏ ਤੇ ਬਾਣੀ ਦੇ ਵਿੱਚ ਇਹ ਵੀ ਸਮਝਾਉਣਾ ਕੀਤਾ ਵੀ ਜਿਹੋ ਜੀ ਮਨੁੱਖ ਦੀ ਜ਼ਿੰਦਗੀ ਬਣ ਜਾਂਦੀ ਨਾ, ਮਨੁੱਖ ਦੀ ਅਵਸਥਾ ਬਣ ਜਾਂਦੀ, ਉਸ ਅਵਸਥਾ ਤੱਕ ਮਨੁੱਖ ਨੂੰ ਸੋਨਾ ਅਤੇ ਮਿੱਟੀ ਵੀ ਬਰਾਬਰ ਲੱਗਦੇ ਨੇ। ਤੈਸਾ ਸਵਰਨ ਤੈਸੀ ਮਾਟੀ। ਤੇ ਹੁਣ ਜੇਕਰ ਅਸੀਂ ਇੱਕ ਪੱਖ ਨੂੰ ਇਹ ਵਾਚਣ ਦਾ ਯਤਨ ਕਰੀਏ ਵੀ ਮਨੁੱਖ ਮਿੱਟੀ ਨੂੰ ਸੋਨਾ ਸਮਝ ਲਵੇ ਤਾਂ ਚੰਗੀ ਗੱਲ ਹੈ, ਪਰ ਜੇਕਰ ਸੋਨੇ ਨੂੰ ਮਿੱਟੀ ਸਮਝਣਾ ਹੋਵੇ ਤਾਂ ਮਨੁੱਖ ਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਗੱਲ ਤਾਂ ਆਵੇਗੀ, ਭਾਈ ਇਹ ਇੰਨਾ ਕੀਮਤੀ ਪਦਾਰਥ ਹੈ ਤੇ ਮਿੱਟੀ ਕਿੱਥੇ। ਤਾਂ ਇਸੇ ਤਰ੍ਹਾਂ ਦੁੱਖ ਅਤੇ ਸੁੱਖ ਦੀ ਵੀ ਪਰਿਭਾਸ਼ਾ ਦਿੱਤੀ ਗਈ ਵੀ ਦੁੱਖ ਅਤੇ ਸੁੱਖ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਬਰਾਬਰ ਸਮਝੇ ਜਾਂਦੇ ਨੇ। ਜਿਹੜੇ ਅਵਸਥਾ ਦੇ ਉੱਤੇ ਪਹੁੰਚਦੇ ਨੇ ਨਾ, ਕਮਾਈ ਕਰਦੇ ਨੇ, ਉਹਨਾਂ ਦੇ ਜ਼ਿੰਦਗੀ ਦੇ ਵਿੱਚ ਦੁੱਖ ਅਤੇ ਸੁੱਖ ਪ੍ਰਭਾਵ ਨਹੀਂ ਪਾ ਸਕਦੇ। ਕਿਵੇਂ? ਜਿਸ ਅਸਥਾਨ ਦੇ ਉੱਤੇ ਸੋਨੇ ਨੂੰ ਦੇਖਣਾ, ਸੋਨੇ ਨੂੰ ਉਸ ਦਰਜੇ ਤੱਕ ਹੀ ਸਮਝਦੇ ਨੇ, ਜਿਸ ਦਰਜੇ ਤੱਕ ਮਿੱਟੀ ਨੂੰ ਦੇਖਣਾ ਉਸ ਦਰਜੇ ਤੱਕ ਮਿੱਟੀ ਨੂੰ ਸਮਝਦੇ ਨੇ। ਇਸੇ ਤਰ੍ਹਾਂ ਜਿਸ ਦਰਜੇ ਤੱਕ ਦੁੱਖ ਸੀਮਤ ਹੈ ਉਸ ਨੂੰ ਦੁੱਖ ਦੀ ਨਿਗਾਹ ਦੇ ਨਾਲ ਦੇਖਦੇ ਨੇ। ਇਹ ਨੇ ਵੀ ਜ਼ਿੰਦਗੀ ਦੇ ਵਿੱਚ ਦੁੱਖ ਆ ਗਿਆ ਤਾਂ ਆਪਣੇ ਮੂੰਹ ਦੇ ਵਿੱਚੋਂ, ਆਪਣੀ ਜ਼ੁਬਾਨ ਦੇ ਨਾਲ ਇਹੀ ਬਚਨ ਆਖੀ ਜਾਣਾ ਵੀ ਭਾਈ ਹਾਈ ਲੁੱਟੇ ਗਏ, ਅਸੀਂ ਮਾਰੇ ਗਏ। ਤੇ ਜੇਕਰ ਜ਼ਿੰਦਗੀ ਦੇ ਵਿੱਚ ਸੁੱਖ ਆ ਗਿਆ ਤਾਂ ਖੁਸ਼ੀ ਦੇ ਵਿੱਚ ਨੱਚ ਨੱਚ ਕੇ ਪਾਗਲ ਹੋ ਗਏ। ਭਾਵ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਦੁੱਖ ਆਵੇ ਚਾਹੇ ਸੁੱਖ ਆਵੇ, ਚਾਹੇ ਕੀਮਤੀ ਪਦਾਰਥ ਕੋਲ ਹਨ, ਚਾਹੇ ਉਹ ਕੰਗਾਲ ਹੈ, ਤੇ ਪਾਤਸ਼ਾਹ ਜੀ ਆਖਦੇ ਨੇ ਕਿ ਇਹ ਸਾਰੀਆਂ ਚੀਜ਼ਾਂ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਉਸ ਨੂੰ ਉਸ ਦੇ ਮਕਸਦ ਤੋਂ ਥੜਕਾ ਨਹੀਂ ਸਕਦੀ। ਜਿਸ ਕਾਰਜ ਦੇ ਵਾਸਤੇ ਮਨੁੱਖਾ ਦੇਹੀ ਮਿਲੀ ਹੈ ਨਾ, ਵੀ ਇਸ ਮਨੁੱਖਾ ਦੇਹੀ ਦੇ ਵਿੱਚ ਅਸੀਂ ਆਪਣੇ ਜੀਵਨ ਦੇ ਵਿੱਚ ਪ੍ਰਭੂ ਦੀ ਬੰਦਗੀ ਕਰਕੇ, ਪ੍ਰਭੂ ਦੀ ਭਗਤੀ ਕਰਕੇ, ਇਸ 84 ਲੱਖ ਜੂਨਾਂ ਨੂੰ ਜਿਹੜਾ ਭੋਗ ਕੇ ਸਾਨੂੰ ਇਹ ਮਨੁੱਖਾ ਜਨਮ ਮਿਲਿਆ, ਅਸੀਂ ਇਸ 84 ਲੱਖ ਦੇ ਗੇੜ ਤੋਂ ਆਜ਼ਾਦ ਹੋਣਾ, ਮੁਕਤ ਹੋਣਾ। ਤੇ ਪਾਤਸ਼ਾਹ ਜੀ ਆਖਦੇ ਨੇ ਵੀ ਫਿਰ ਉਸ ਮੁਕਤੀ ਵਾਲੇ ਮਾਰਗ ਦੇ ਉੱਤੇ ਪਹੁੰਚਣ ਦੇ ਲਈ ਮਨੁੱਖ ਨੂੰ ਨਾ ਹੀ ਉਹਦਾ ਦੁੱਖ ਥੜਕਾ ਸਕਦਾ, ਨਾ ਹੀ ਕੋਈ ਸੁੱਖ ਵਿਘਨ ਪਾ ਸਕਦਾ, ਨਾ ਹੀ ਕੋਈ ਧਨ ਪਦਾਰਥ ਉਸ ਦੇ ਜੀਵਨ ਦੇ ਵਿੱਚ ਵਿਘਨ ਪਾ ਸਕਦੇ। ਉਸ ਮਨੁੱਖ ਨੂੰ ਇਸ ਗੱਲ ਦਾ ਗਿਆਨ ਹੁੰਦਾ ਵੀ ਭਾਈ ਮੇਰੀ ਮੰਜ਼ਿਲ ਕੀ ਹੈ, ਮੈਂ ਇਸ ਜਨਮ ਦੇ ਵਿੱਚ ਪਰਮਾਤਮਾ ਦੀ ਭਗਤੀ ਕਰਨੀ, ਬੰਦਗੀ ਕਰਕੇ ਇਸ ਮਾਇਆ ਦੇ ਜਾਲ ਦੇ ਵਿੱਚੋਂ ਮੁਕਤ ਹੋਣਾ ਹੈ। ਤੇ ਉਸ ਦੀ ਜ਼ਿੰਦਗੀ ਦੇ ਵਿੱਚ ਫਿਰ ਦੁੱਖ ਸੁੱਖ ਕੋਈ ਵੀ ਪ੍ਰਭਾਵ ਨਹੀਂ ਪਾਉਂਦੇ। ਉਹ ਬਰਾਬਰ ਹੀ ਸਮਝਦਾ ਜਿਹੋ ਜਿਹਾ ਦੁੱਖ ਆਇਆ ਚਲਾ ਗਿਆ ਤੇ ਇਹੋ ਜਿਹਾ ਸੁੱਖ ਆਇਆ ਉਹ ਵੀ ਚਲਾ ਜਾਵੇਗਾ।
ਇਸੇ ਤਰ੍ਹਾਂ ਹੁਣ ਕਵੀ ਸੰਤੋਖ ਸਿੰਘ ਜੀ ਚੂੜਾਮਣੀ ਜੀ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਮਹਿਮਾ ਕੀਤੀ, ਵਡਿਆਈ ਕੀਤੀ। ਕਹਿੰਦੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਦੁੱਖ ਸੁੱਖ ਕੋਈ ਪ੍ਰਭਾਵ ਨਹੀਂ ਪਾਉਂਦਾ। ਜ਼ਿੰਦਗੀ ਦੇ ਵਿੱਚ ਚਾਹੇ ਦੁੱਖ ਆਇਆ ਹੋਵੇ ਚਾਹੇ ਸੁੱਖ ਆਇਆ ਹੋਵੇ। ਹੁਣ ਘਰ ਦੇ ਵਿੱਚ ਵਿਆਹ ਵੀ ਹੋ ਗਿਆ, ਵਡੇਰੇ ਵੀ ਹੋ ਗਏ ਉਮਰ ਦੇ ਵਿੱਚ, ਪਰ ਜੋ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਸੁਭਾਅ ਬਚਪਨ ਤੋਂ ਸੀ, ਉਹ ਸੁਭਾਅ ਦੇ ਵਿੱਚ ਤਬਦੀਲੀ ਨਹੀਂ ਆਈ। ਬਚਪਨ ਦੇ ਵਿੱਚ ਅਸੀਂ ਦੇਖਿਆ ਘਰ ਦੇ ਵਿੱਚ ਜੇਕਰ ਘਰਦਿਆਂ ਨੇ ਹੱਥਾਂ ਦੇ ਵਿੱਚ ਗਹਿਣੇ ਪਾਏ, ਘਰ ਦੇ ਵਿੱਚੋਂ ਕੋਈ ਬਰਤਨ ਚੱਕਿਆ, ਉਹ ਬਾਹਰ ਦੇਖਿਆ ਵੀ ਕੋਈ ਲੋੜਵੰਦ ਹੈ ਉਸ ਨੂੰ ਬਰਤਨ ਦੇ ਆਏ, ਦਾਨ ਪੁੰਨ ਕੀਤਾ। ਜਦੋਂ ਉਮਰ ਦੇ ਵਿੱਚ ਵਡੇਰੇ ਹੋਏ, ਹੁਣ ਮੋਦੀਖਾਨਾ ਚਲਾ ਰਹੇ ਨੇ, ਚੰਗੀ ਇਨਕਮ ਹੈ, ਚੰਗਾ ਕਮਾਈ ਦਾ ਸਾਧਨ ਹੈ, ਉਹ ਧਨ ਪਦਾਰਥ ਜੋੜਿਆ ਨਹੀਂ। ਜੋ ਕੁਝ ਵੀ ਕਮਾਈ ਹੁੰਦੀ ਉਹ ਕਮਾਈ ਸਾਰੀ ਦੀ ਸਾਰੀ ਲੋੜਵੰਦਾਂ ਵਿੱਚ ਹੀ ਵਰਤਾ ਦਿੰਦੇ ਨੇ, ਲੋੜਵੰਦਾਂ ਵਿੱਚ ਵੰਡ ਦਿੰਦੇ ਨੇ। ਭਾਵ ਜਿਹੋ ਜਿਹਾ ਉਹ ਅਕਾਲ ਪੁਰਖ ਪ੍ਰਭੂ ਪਰਮਾਤਮਾ ਦੇ ਗੁਣ ਨੇ ਨਾ, ਕਿਸੇ ਨਾਲ ਪੱਖਪਾਤ ਨਹੀਂ ਕਰਦਾ, ਉਹ ਦਾਤਾਂ ਬਖਸ਼ਦਾ ਹੈ। ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਦਰ ਦੇ ਉੱਤੇ ਜਿਹੋ ਜੀ ਕੋਈ ਮੁਰਾਦ ਲੈ ਕੇ ਆਉਂਦਾ ਨਾ, ਉਹ ਮੁਰਾਦ ਉਹਦੀ ਉਸੇ ਤਰੀਕੇ ਦੇ ਨਾਲ ਪੂਰੀ ਹੋ ਜਾਂਦੀ। ਹੁਣ ਬੇਬੇ ਨਾਨਕੀ ਜੀ ਦੀ ਵੀ ਮੁਰਾਦ ਸੀ, ਬੇਨਤੀ ਕੀਤੀ ਕਿ ਹੇ ਮੇਰੇ ਪਿਆਰੇ ਵੀਰ ਜੀ, ਮੇਰੇ ਮਨ ਦੇ ਵਿੱਚ ਇੱਛਾ ਹੈ ਵੀ ਮੈਂ ਤੁਹਾਡੇ ਪੁੱਤਰ ਨੂੰ ਆਪਣੀ ਗੋਦੀ ਦੇ ਵਿੱਚ ਬਿਠਾ ਕੇ ਖਿਡਾਵਾਂ, ਬਹੁਤ ਮੇਰਾ ਜੀਅ ਕਰਦਾ। ਤੇ ਤੁਹਾਡੇ ਪੁੱਤਰ ਨੂੰ ਖਿਡਾ ਕੇ ਜਿਹੋ ਜੀ ਮੈਨੂੰ ਖੁਸ਼ੀ ਮਿਲੇਗੀ ਨਾ, ਮੈਂ ਉਸ ਨੂੰ ਬਿਆਨ ਨਹੀਂ ਕਰ ਸਕਦੀ। ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਆਖਿਆ, ਪਿਆਰੇ ਭੈਣ ਜੀ, ਤੁਹਾਡੀ ਇਹ ਇੱਛਾ ਜ਼ਰੂਰ ਪੂਰੀ ਹੋਵੇਗੀ। ਉਹ ਅਕਾਲ ਪੁਰਖ ਪ੍ਰਭੂ ਪਰਮਾਤਮਾ ਸਭ ਦੀਆਂ ਇੱਛਾਵਾਂ ਪੂਰੀਆਂ ਕਰਦਾ। ਬਸ ਗੱਲ ਕੀ ਹੈ ਵੀ ਸਾਡਾ ਭਰੋਸਾ ਬਣਿਆ ਹੋਣਾ ਚਾਹੀਦਾ, ਸਾਡੀ ਟੇਕ ਉਸ ਇੱਕ ਅਕਾਲ ਪੁਰਖ ਦੇ ਉੱਤੇ ਹੋਣੀ ਚਾਹੀਦੀ। ਮਾਫ ਕਰਨਾ, ਅੱਜ ਦੇ ਸਮੇਂ ਦੇ ਵਿੱਚ ਪਤਾ ਕੀ ਚੱਲਦਾ, ਅਸੀਂ ਅਰਦਾਸ ਬੇਨਤੀ ਕਰਦੇ ਹਾਂ, ਅਸੀਂ ਕਾਲੇ ਬਹੁਤ ਪੈ ਜਾਂਦੇ ਹਾਂ। ਅਸੀਂ ਕਹਿੰਦੇ ਹਾਂ ਵੀ ਹੁਣੇ ਅਰਦਾਸ ਕੀਤੀ ਤਾਂ ਸਾਡਾ ਹੁਣੇ ਹੀ ਕੰਮ ਬਣ ਜਾਵੇ। ਤੇ ਚੇਤੇ ਰੱਖਣਾ, 1-2 ਦਿਨ ਜੇ ਸਾਨੂੰ ਲੱਗੇ ਨਾ ਵੀ ਨਹੀਂ ਗੱਲ ਬਣਦੀ, ਤਾਂ ਅਸੀਂ ਦਰ ਬਦਲ ਲੈਂਦੇ ਹਾਂ। ਅਸੀਂ ਹੋਰ ਦਰ ਦੇ ਉੱਤੇ ਜਾ ਕੇ ਆਪਣੇ ਮੱਥੇ ਰਗੜਨੇ ਸ਼ੁਰੂ ਕਰ ਦਿੰਦੇ, ਸਾਡਾ ਭਰੋਸਾ ਨਹੀਂ ਬਣਦਾ ਤੇ ਗੱਲ ਸਾਡੀ ਫਿਰ ਦੂਜੇ ਦਰ ਤੇ ਵੀ ਨਹੀਂ ਬਣਦੀ। ਤੇ ਗੁਰੂ ਸਾਹਿਬ ਜੀ ਨੇ ਸਾਨੂੰ ਇਹੀ ਸਮਝਾਉਣਾ ਕੀਤਾ ਵੀ ਸਿੱਖਾ, ਤੇਰਾ ਮੁੱਖ ਕਾਰਜ ਹੈ ਅਰਦਾਸ ਕਰਨੀ, ਬੇਨਤੀ ਕਰਨੀ। ਫਲ ਕਦੋਂ ਲਾਉਣਾ, ਕਦੋਂ ਤੈਨੂੰ ਉਹ ਦਾਤ ਦੇਣੀ, ਉਹ ਗੁਰੂ ਦੇ ਹੱਥ ਹੈ। ਹੋ ਸਕਦਾ ਜਿੱਥੋਂ ਤੱਕ ਸਾਡੀ ਸੋਚ ਕੰਮ ਕਰਦੀ ਹੋਵੇ ਨਾ, ਉਹ ਅਕਾਲ ਪੁਰਖ ਪ੍ਰਭੂ ਪਰਮਾਤਮਾ ਨੇ ਪਤਾ ਨਹੀਂ ਵੀ ਸਾਨੂੰ ਕਿੱਡਾ ਹੋਰ ਵੱਡਾ ਫਲ ਦੇਣਾ ਹੋਵੇ। ਬਸ ਸਾਡੇ 'ਚ ਸਬਰ ਤੇ ਸ਼ੁਕਰ ਚਾਹੀਦਾ ਹੈ। ਜਿਸ ਮਨੁੱਖ ਦੀ ਜੀਵਨ ਦੇ ਵਿੱਚ ਸਬਰ, ਸ਼ੁਕਰ, ਨਿਮਰਤਾ ਆ ਗਈ ਨਾ, ਉਸ ਮਨੁੱਖ ਦਾ ਜੀਵਨ ਦੀ ਫਿਰ ਕੋਈ ਵੀ ਰੀਸ ਨਹੀਂ ਹੋ ਸਕਦੀ। ਭਰੋਸਾ ਹੋਣਾ ਚਾਹੀਦਾ, ਗੁਰੂ ਤੇ ਟੇਕ ਰੱਖਣੀ ਚਾਹੀਦੀ। ਅਰਦਾਸ ਸਭ ਦੀ ਸੰਪੂਰਨ ਹੁੰਦੀ। ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਬੇਬੇ ਨਾਨਕੀ ਨੇ ਜਿਹੜੀ ਫਰਿਆਦ ਕੀਤੀ, ਬੇਨਤੀ ਕੀਤੀ, ਅਰਜ਼ੋਈ ਕੀਤੀ, ਉਸੇ ਦੇ ਪਰਥਾਏ ਬਚਨ ਕਰਦੇ ਨੇ ਕਿ ਉਹ ਅਕਾਲ ਪੁਰਖ ਪ੍ਰਭੂ ਪਰਮਾਤਮਾ ਕਿਸੇ ਦਾ ਆਖਿਆ ਨਹੀਂ ਮੋੜਦਾ। ਹਾਂ, ਸਾਡੀ ਦਾਤ ਵੀ ਉਸ ਦੇ ਅਨੁਸਾਰ ਹੋਵੇ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ। ਹੁਣ ਚੇਤੇ ਰੱਖਣਾ, ਅਸੀਂ ਰੋਜ਼ਾਨਾ ਗੁਰੂ ਘਰ ਆਉਂਦੇ ਹਾਂ, ਸਾਡੀਆਂ ਮੰਗਾਂ ਕੇਵਲ ਇੱਥੋਂ ਤੱਕ ਸੀਮਤ ਰਹਿ ਗਈਆਂ ਵੀ ਅਸੀਂ ਆਖਦੇ ਵੀ ਸਾਡੇ ਧੀ ਪੁੱਤ ਦੀ ਪੜ੍ਹਾਈ ਵਧੀਆ ਹੁੰਦੀ ਰਹੇ, ਸਾਡਾ ਧੀ ਪੁੱਤ ਦਾ ਕਾਰੋਬਾਰ ਵਧੀਆ ਚੱਲ ਪਵੇ। ਤੇ ਗੁਰੂ ਇਸ ਗੱਲ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕਮੀ ਪੇਸ਼ੀ ਨਹੀਂ ਆਉਣ ਦਿੰਦਾ, ਉਹ ਕਾਰਜ ਸੰਪੂਰਨ ਹੁੰਦੇ ਨੇ। ਪਰ ਚੇਤੇ ਰੱਖਣਾ, ਜਦੋਂ ਅਸੀਂ ਗੁਰੂ ਦੇ ਦਰ ਦੇ ਉੱਤੇ ਆ ਕੇ ਗੁਰੂ ਨੂੰ ਮੰਗ ਲਿਆ ਨਾ, ਜਿਹੜੀਆਂ ਦਾਤਾਂ ਅਸੀਂ ਉਸ ਦੇ ਮਗਰ ਭੱਜਦੇ ਹਾਂ, ਦਾਤਾਂ ਦੇ ਮਗਰ ਹੈ ਨਾ, ਜਦੋਂ ਗੁਰੂ ਨੇ ਸਾਡਾ ਪੱਲਾ ਫੜ ਲਿਆ, ਸਾਨੂੰ ਗੁਰੂ ਮਿਲ ਗਿਆ ਨਾ, ਉਹ ਦਾਤਾਂ ਆਪ ਚੱਲ ਕੇ ਸਾਡੇ ਮਗਰ ਆਉਣਗੀਆਂ। ਇਹ ਜ਼ਿੰਦਗੀ ਦੇ ਵਿੱਚ ਕਦੇ ਵੀ ਅਜ਼ਮਾ ਕੇ ਦੇਖ ਲਿਓ। ਬਸ ਲੋੜ ਕੀ ਹੈ ਵੀ ਅਸੀਂ ਗੁਰੂ ਦੇ ਦਰ ਦੇ ਉੱਤੇ ਆ ਕੇ ਗੁਰੂ ਨੂੰ ਮੰਗੀਏ, ਗੁਰੂ ਦੇ ਨਾਮ ਨੂੰ ਮੰਗੀਏ, ਗੁਰੂ ਦੀ ਸਿੱਖਿਆ ਨੂੰ ਮੰਗੀਏ। ਤੇ ਉਸ ਸਿੱਖਿਆ ਦੇ ਵਿੱਚ ਚੱਲ ਕੇ ਆਪਣੇ ਜੀਵਨ ਦੇ ਵਿੱਚ ਨਾਮ ਦੀ ਕਮਾਈ ਕਰਕੇ ਫਿਰ ਅਸੀਂ ਦੇਖੀਏ ਵੀ ਸਾਡਾ ਜੀਵਨ ਕਿਸ ਲੈਵਲ ਤੋਂ ਕਿਸ ਅਵਸਥਾ ਤੱਕ ਪਹੁੰਚਦਾ। ਫਿਰ ਸਾਡੇ ਜ਼ਿੰਦਗੀ ਦੇ ਵਿੱਚ ਤਬਦੀਲੀਆਂ ਆਉਣੀਆਂ ਸ਼ੁਰੂ ਹੋਣਗੀਆਂ। ਫਿਰ ਸਾਡਾ ਗੁਰੂ ਦੇ ਨਾਲ ਪਿਆਰ ਵੀ ਗੂੜਾ ਹੋਵੇਗਾ, ਗੁਰੂ ਦੇ ਨਾਲ ਪ੍ਰੀਤ ਵੀ ਬਣੇਗੀ, ਤੇ ਗੁਰੂ ਦੇ ਉੱਤੇ ਨਿਸ਼ਚਾ ਇੰਨਾ ਕੁ ਪੱਕਾ ਹੋ ਜਾਵੇਗਾ ਨਾ, ਕੋਈ ਵੀ ਇਸ ਨਿਸ਼ਚੇ ਨੂੰ ਫਿਰ ਸਾਡੇ ਨੂੰ ਤੋੜ ਨਹੀਂ ਸਕਦਾ। ਚਾਹੇ ਜ਼ਿੰਦਗੀ ਦੇ ਵਿੱਚ ਲੱਖ ਔਕੜਾਂ ਆ ਜਾਣ, ਪਰ ਅਸੀਂ ਗੁਰੂ ਦਾ ਪੱਲਾ ਛੱਡ ਕੇ ਫਿਰ ਹੋਰ ਦਰ ਦੇ ਉੱਤੇ ਨਹੀਂ ਜਾਵਾਂਗੇ। ਇੱਥੋਂ ਤੱਕ ਦੀਆਂ ਵਿਚਾਰਾਂ ਅਸੀਂ ਅੱਜ ਦੇ ਦੀਵਾਨਾਂ ਵਿੱਚ ਸਰਵਣ ਕਰ ਚੁੱਕੇ ਹਾਂ। ਰਹਿੰਦੀਆਂ ਵਿਚਾਰਾਂ ਅਸੀਂ ਅਗਲੇਰੇ ਦੀਵਾਨਾਂ ਦੇ ਵਿੱਚ ਸਰਵਣ ਕਰਾਂਗੇ। ਕਿਵੇਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪਣੇ ਜੀਵਨ ਦੇ ਵਿੱਚ ਰੋਜ਼ਾਨਾ ਦੀ ਕਾਰਗੁਜ਼ਾਰੀ ਕਰਦੇ ਨੇ, ਕਿਵੇਂ ਆਪਣਾ ਜੀਵਨ ਨਿਰਵਾਹ ਕਰਦੇ ਨੇ, ਰਹਿੰਦੀਆਂ ਵਿਚਾਰਾਂ ਅਸੀਂ ਅਗਲੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਵਿਚਾਰਾਂ ਕਰਦਿਆਂ ਭੁੱਲਾਂ ਚੁੱਕ ਹੋ ਜਾਣੀਆਂ ਸੁਭਾਵਿਕ ਨੇ, ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣਯੋਗ ਹੈ।
ਬਖਸ਼ਦੇ ਹੋਏ ਫਤਿਹ ਪ੍ਰਵਾਨ ਕਰਵਾਕੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।